ਗੁੱਡ ਮਾਰਨਿੰਗ ਫਰੈਂਡਸ। ਸੋ ਅੱਜ ਆਪਾਂ ਜਿਹੜਾ ਕੱਲ ਟੌਪਿਕ ਕੀਤਾ ਸੀ ਉਹਨੂੰ ਕੰਟੀਨਿਊ ਕਰਨ ਜਾ ਰਹੇ ਹਾਂ। ਸਾਡਾ ਕੱਲ ਟੌਪਿਕ ਸੀ ਕਾਊਂਟੇਬਲ ਐਂਡ ਅਨਕਾਊਂਟੇਬਲ ਸੈਟਸ। ਕੱਲ ਅਸੀਂ ਕਾਊਂਟੇਬਲ ਸੈਟ ਅਨਕਾਊਂਟੇਬਲ ਸੈਟ ਇਹਨਾਂ ਦੀ ਡੈਫੀਨੇਸ਼ਨ ਬਾਰੇ ਗੱਲ ਕਰ ਚੁੱਕੇ ਹਾਂ। ਸੋ ਅੱਜ ਸਾਡੇ ਕੋਲ ਕਾਊਂਟੇਬਲ ਐਂਡ ਅਨਕਾਊਂਟੇਬਲ ਸੈਟ ਨਾਲ ਰਿਲੇਟਡ ਕੁਝ ਰਿਜ਼ਲਟ ਨੇ, ਜਿਵੇਂ ਕਿ ਤੁਹਾਨੂੰ ਸਕਰੀਨ ਦੇ ਉੱਪਰ ਦਿਖਾਈ ਦੇ ਰਹੇ ਨੇ। ਅਸੀਂ ਇਹ ਰਿਜ਼ਲਟ ਡਿਸਕਸ ਕਰਾਂਗੇ। ਇਹ ਰਿਜ਼ਲਟ ਤੁਹਾਡੇ ਕੋਲ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਪੁੱਛੇ ਜਾ ਸਕਦੇ ਨੇ एग्जाम ਦੇ ਵਿੱਚ, ਜਾਂ ਇਹਨਾਂ ਰਿਜ਼ਲਟ ਦੇ ਬੇਸ ਤੁਹਾਡੇ ਕੋਲ ਜਿਹੜੇ ਨੇ ਸਮ ਸੋਲਵ ਕਰਾਏ ਜਾਣਗੇ। ਮੋਸਟਲੀ ਜਿਹੜੇ ਸਮ ਹੁਣ ਤੱਕ ਕਾਊਂਟੇਬਿਲਿਟੀ ਐਂਡ ਅਨਕਾਊਂਟੇਬਿਲਿਟੀ ਦੇ ਪੁੱਛੇ ਗਏ ਨੇ ਉਹ ਡਾਇਰੈਕਟਲੀ ਰਿਜ਼ਲਟ ਹੀ ਨੇ ਜਾਂ ਰਿਜ਼ਲਟ ਦੇ ਬੇਸਡ ਨੇ, ਜ਼ਿਆਦਾ ਕੈਲਕੂਲੇਟਿਵ ਸਮ ਨਹੀਂ ਪੁੱਛੇ ਗਏ। ਸੋ ਅਸੀਂ ਇਹ ਰਿਜ਼ਲਟਸ ਨੂੰ ਬਹੁਤ ਧਿਆਨ ਨਾਲ ਦੇਖਣਾ ਹੈ ਅਤੇ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਤਾਂ ਕਿ ਇਹਨਾਂ ਨੂੰ ਅਸੀਂ ਐਗਜ਼ਾਮ ਦੇ ਵਿੱਚ ਅਪਲਾਈ ਕਰ ਸਕੀਏ। ਸੋ ਤੁਹਾਡੇ ਕੋਲ ਜਿਵੇਂ ਫਸਟ ਰਿਜ਼ਲਟ ਜਿਹੜਾ ਹੈ ਸਕਰੀਨ ਦੇ ਉੱਪਰ ਦਿਖਾਈ ਦੇ ਰਿਹਾ ਹੈ, every subset of a finite set is finite। so ਜੇ ਕੋਈ set finite है, if A is finite then B subset of A, B is also finite। for example ਤੁਸੀਂ ਕੋਈ ਵੀ A set ਲਿਆ ਹੈ, ਇਹ ਤੁਸੀਂ ਸਾਰੇ ਸਬਸੈਟ ਬਣਾ ਕੇ ਦੇਖ ਲਓ, ਉਹ ਫਾਈਨਾਈਟ ਹੀ ਰਹਿਣਗੇ। ਨੈਕਸਟ ਸੈਕਿੰਡ ਰਿਜ਼ਲਟ ਜਿਹੜਾ ਹੈ, ਐਵਰੀ ਸੁਪਰ ਸੈਟ ਆਫ ਐਨ ਇਨਫਾਈਨਾਈਟ ਸੈਟ ਇਜ਼ ਇਨਫਾਈਨਾਈਟ। ਇਹ ਸਮ ਦਾ ਤੁਸੀਂ ਧਿਆਨ ਰੱਖਿਆ ਹੈ। ਸੈਕਿੰਡ ਜਿਹੜਾ ਹੈ, ਸਪੋਜ਼ ਨੈਚੁਰਲ ਨੰਬਰ ਦਾ ਸੈਟ ਹੈ, ਇਹ ਇਨਫਾਈਨਾਈਟ ਹੈ। ਕੋਈ ਵੀ ਇਹਦਾ ਸੁਪਰ ਸੈਟ ਲਓਗੇ ਤੇ ਉਹ ਇਨਫਾਈਨਾਈਟ ਹੀ ਰਹੇਗਾ। ਸਪੋਜ਼ ਨੈਚੁਰਲ ਨੰਬਰ ਇਨ ਕੰਟੇਨਿੰਗ ਇਨ ਸਮ ਸੈਟ S, then S is ਇਨਫਾਈਨਾਈਟ। ਸੋ ਇਹ ਦੋ ਰਿਜ਼ਲਟ ਨੂੰ ਕੰਬਾਈਨ ਕਰਕੇ ਉਹ ਜਿਹੜੀ ਪ੍ਰੋਬਲਮ ਕ੍ਰੀਏਟ ਕਰੇਗਾ, ਜਿਹੜੀ ਕਨਫਿਊਜ਼ਨ ਕ੍ਰੀਏਟ ਕਰੇਗਾ। ਸਾਡੇ ਕੋਲ ਕੀ ਹੈ, ਇਫ ਸੈਟ ਇਜ਼ ਫਾਈਨਾਈਟ ਦੈਨ ਉਹਦਾ ਸਬਸੈਟ ਫਾਈਨਾਈਟ ਹੈ। ਜੇ ਸੈਟ ਇਨਫਾਈਨਾਈਟ ਹੈ ਉਹਦਾ ਸੁਪਰ ਸੈਟ ਇਨਫਾਈਨਾਈਟ ਹੈ। ਸੋ ਸਾਡੇ ਕੋਲ ਦੋ ਕੰਡੀਸ਼ਨਸ ਜਿਹੜੀਆਂ ਨੇ ਗਿਵਨ ਨੇ, ਦੋ ਰਿਜ਼ਲਟ ਗਿਵਨ ਨੇ। ਫਾਈਨਾਈਟ ਦਾ ਸਬਸੈਟ ਫਾਈਨਾਈਟ ਹੈ, ਇਨਫਾਈਨਾਈਟ ਦਾ ਸੁਪਰ ਸੈਟ ਇਨਫਾਈਨਾਈਟ ਹੈ। ਫਾਈਨਾਈਟ ਦੇ ਸੁਪਰ ਸੈਟ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ। ਸਪੋਜ਼ ਇਹੀ ਹੈ ਸੈਟ, ਅਸੀਂ ਨੈਚੁਰਲ ਨੰਬਰ ਦਾ ਸੈਟ ਲੈ ਲੈਂਦੇ ਹਾਂ। ਨੈਚੁਰਲ ਨੰਬਰ ਇਜ਼ ਸੁਪਰ ਸੈਟ ਆਫ ਦਿਸ ਸੈਟ, ਬਟ ਇਹ ਤਾਂ ਇਨਫਾਈਨਾਈਟ ਹੋ ਗਿਆ। ਸੋ ਪ੍ਰੋਬਲਮ ਕ੍ਰੀਏਟ ਹੋ ਗਈ। ਇਹ ਰਿਜ਼ਲਟ ਸਿਰਫ ਫਾਈਨਾਈਟ ਸਬਸੈਟ ਫਾਈਨਾਈਟ ਇੰਨੇ ਤੱਕ ਹੀ ਹੋਲਡ ਕਰੇਗਾ। ਜਿੰਨਾ ਰਿਜ਼ਲਟ ਸਾਨੂੰ ਗਿਵਨ ਹੈ ਓਨਾ ਹੀ ਲਵਾਂਗੇ, ਉਸ ਤੋਂ ਅੱਗੇ ਜਿਹੜਾ ਹੈ ਆਪਣੇ ਅਕੋਰਡਿੰਗ ਰਿਜ਼ਲਟ ਨਹੀਂ ਕਨਕਲੂਡ ਕਰਾਂਗੇ। ਇਹ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਸੋ ਇਹੀ ਚਾਰ ਆਪਸ਼ਨਸ ਬਣਾ ਕੇ ਉਹ ਦੇਗਾ, ਕਰੈਕਟ ਅਤੇ ਇਨਕਰੈਕਟ ਪੁੱਛੇਗਾ। ਇਨਫਾਈਨਾਈਟ ਦਾ ਸੁਪਰ ਸੈਟ ਇਨਫਾਈਨਾਈਟ ਹੈ, ਬਟ ਇਨਫਾਈਨਾਈਟ ਦਾ ਸਬਸੈਟ ਕੀ ਹੋਏਗਾ ਇਹਦੇ ਬਾਰੇ ਸਾਨੂੰ ਕੁਛ ਨਹੀਂ ਪਤਾ। ਸਪੋਜ਼ ਇਹੀ ਨੈਚੁਰਲ ਨੰਬਰ ਨੇ, ਇਹ ਇਹਨਾਂ ਦਾ ਸਬਸੈਟ ਹੈ, ਬਟ ਇਹ ਇਨਫਾਈਨਾਈਟ ਨਹੀਂ ਆਇਆ, ਇਹ ਤਾਂ ਫਾਈਨਾਈਟ ਆ ਗਿਆ। ਸੋ ਇਹ ਰਿਜ਼ਲਟ ਜਿਹੜੇ ਨੇ ਬਹੁਤ ਧਿਆਨ ਨਾਲ ਦੇਖਣੇ ਨੇ। ਫਾਈਨਾਈਟ ਦਾ ਸਬਸੈਟ ਫਾਈਨਾਈਟ ਹੈ, ਇਨਫਾਈਨਾਈਟ ਦਾ ਸੁਪਰ ਸੈਟ ਇਨਫਾਈਨਾਈਟ ਹੈ। ਫਾਈਨਾਈਟ ਦਾ ਸੁਪਰ ਸੈਟ ਫਾਈਨਾਈਟ ਵੀ ਹੋ ਸਕਦਾ ਹੈ, ਇਨਫਾਈਨਾਈਟ ਵੀ ਹੋ ਸਕਦਾ ਹੈ। ਇਨਫਾਈਨਾਈਟ ਦਾ ਸਬਸੈਟ ਫਾਈਨਾਈਟ ਵੀ ਹੋ ਸਕਦਾ ਹੈ, ਇਨਫਾਈਨਾਈਟ ਵੀ ਹੋ ਸਕਦਾ ਹੈ। ਸੋ ਜਿਵੇਂ ਤੁਹਾਨੂੰ ਸਕਰੀਨ 'ਤੇ ਦਿਖਾਈ ਦੇ ਰਿਹਾ ਹੈ, ਇਹ ਰਿਜ਼ਲਟਸ ਦਾ ਤੁਸੀਂ ਧਿਆਨ ਰੱਖਣਾ ਹੈ। ਨੈਕਸਟ ਜਿਹੜਾ ਥਰਡ ਰਿਜ਼ਲਟ ਸਾਡੇ ਕੋਲ ਸਕਰੀਨ ਦੇ ਉੱਪਰ ਦਿਖਾਈ ਦੇ ਰਿਹਾ ਹੈ, ਇਫ A and B are finite set then what about their intersection and union। third, if A and B are finite, ਜੇ ਦੋ ਸੈਟ ਫਾਈਨਾਈਟ ਨੇ ਇਹਨਾਂ ਦੀ ਯੂਨੀਅਨ ਵੀ ਫਾਈਨਾਈਟ ਹੋਏਗੀ। ਇਹਦੇ ਵਿੱਚ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਤੁਸੀਂ ਟਰਾਈ ਕਰਕੇ ਦੇਖ ਸਕਦੇ ਹੋ। A ਇੰਟਰਸੈਕਸ਼ਨ B ਵੀ ਫਾਈਨਾਈਟ ਹੋਏਗੀ। ਹੋ ਸਕਦਾ ਹੈ ਉਹ ਨਲ ਵੀ ਹੋ ਜਾਏ, ਐਮਟੀ ਹੋ ਜਾਏ, ਬਟ ਉਹਨੂੰ ਵੀ ਅਸੀਂ ਫਾਈਨਾਈਟ ਹੀ ਲੈ ਕੇ ਚੱਲਾਂਗੇ। ਸੋ A ਯੂਨੀਅਨ B ਐਂਡ A ਇੰਟਰਸੈਕਸ਼ਨ B ਦੋਵੇਂ ਫਾਈਨਾਈਟ ਹੋਣਗੇ। A ਕ੍ਰੋਸ B ਵੀ ਫਾਈਨਾਈਟ ਹੀ ਹੋਏਗਾ।
ठीक है। सो इफ A एंड B आर फाइनाइट दैन A यूनियन B, A इंटरसेक्शन B, A कार्टेशियन प्रोडक्ट विद B इज फाइनाइट, ये सारे फाइनाइट होंगे। नैक्सट फिफ्थ रिजल्ट जोड़ा है एवरी सबसैट ऑफ अ काउंटेबल सैट इज काउंटेबल। हुण फिफ्थ रिजल्ट जोड़ा है फिर फर्स्ट रिजल्ट वर्गा ही है। फोर्थ रिजल्ट असीं डिस्कस कर चुके हैं। एवरी सबसैट ऑफ काउंटेबल सेट इज काउंटेबल। ध्यान रखो काउंटेबल सैट है उहदा सबसैट है तो वह काउंटेबल होएगा। सेम उही फाइनाइट इनफाइनाइट वाली कंडीशनस ते सानू जाके वो उड़ाएगा सम दे विच। इसे तरह अनकाउंटेबल है ਉਹਦਾ सुपर सैट है वो भी अनकाउंटेबल ही होएगा। यह साढ़े कोल फिफ्थ रिजल्ट है। ये अनकाउंटेबल वाला जो रिजल्ट है ये साढ़े कोल एट्थ रिजल्ट है। सो दो रिजल्ट पैरलल लै रहे ने। काउंटेबल है ਉਹਦਾ सबसैट काउंटेबल ही होएगा, अनकाउंटेबल है ਉਹਦਾ सुपर सैट अनकाउंटेबल ही होएगा। बट काउंटेबल का सुपर सैट ये काउंटेबल भी हो सकता है, अनकाउंटेबल भी हो सकता है। अनकाउंटेबल का सबसैट ये बारे असीं फिर नहीं कुछ दस सकते। ये भी काउंटेबल भी हो सकता है, अनकाउंटेबल भी हो सकता है। फॉर एग्जाम्पल इन्हां दे बारे जे असीं डिस्कस करिए, लैट नैचुरल नंबर का सैट है, ਇਹਦਾ सुपर सैट रियल, रियल अनकाउंटेबल है, काउंटेबल का सुपर सैट अनकाउंटेबल। नैचुरल का ही सुपर सैट है इंटीजर्स, काउंटेबल का सुपर सैट काउंटेबल। सो काउंटेबल का सुपर सैट काउंटेबल भी हो सकता है, अनकाउंटेबल भी हो सकता है, बट काउंटेबल का सबसैट काउंटेबल जरूर होएगा। इस तरह अनकाउंटेबल बारे जे असीं गल करिए, लैट आर इज सैट अनकाउंटेबल। ठीक है, इहदा मैं सबसैट लेना एक आर का सबसैट असीं सपोज लै लिया है इंटीजर्स, इंटीजर्स आर सबसैट ऑफ रियल नंबर। सो दिस इज काउंटेबल। अनकाउंटेबल का सबसैट काउंटेबल है। रियल का असीं एक और सबसैट लेने पॉजिटिव रियल नंबरस। ये रियल नंबर सारे का सबसैट है बट ये अनकाउंटेबल है। सो अनकाउंटेबल का सबसैट काउंटेबल भी हो सकता है, अनकाउंटेबल भी हो सकता है, बट अनकाउंटेबल का जो भी सुपर सैट लोगे वो अनकाउंटेबल ही रहेगा। जिन्होंने आप थोड़ा जिहा डायग्रामेटिकली देखिए, सपोज जिमें ए काउंटेबल सैट है, ये कोई भी सबसैट लोगे इस तो छोटा ही होंदा जाएगा, काउंटेबल रहेगा। पर इस तो जो वड्डा अगे तुम चलोगे सुपर सैट लोगे काउंटेबल होएगा कि नहीं होएगा वो बारे असीं कुछ नहीं दस सकते। सिमिलरली जे ए अनकाउंटेबल सैट है, ये होर वड्डा सैट सुपर सैट लै लीए तो ऑबवियस है अनकाउंटेबल ही रहेगा। पर ये अंदर सैट लवांगे वो हो सकता है कि वो अनकाउंटेबल भी होवे जां वो काउंटेबल हो जाए। सो ये कंडीशन जिहड़ियां ने इन्हां नूं बहुत ध्यान नाल रखना है। जिहड़ियां कंडीशन सानूं गिवन ने वो तो साडे कोल ट्रू होणगियां, बाकी बारे असीं दो बारे कुछ नहीं कह सकते। नैक्सट जिहड़ा रिजल्ट साडे कोल सिक्स्थ रिजल्ट है, तुहाडी स्क्रीन के उपर दिखाई दे रहा है। एवरी इनफाइनाइट सबसैट ऑफ अ डिन्यूमरेबल सैट इज डिन्यूमरेबल। सो एक डिन्यूमरेबल सैट है, ਉਹਦਾ इनफाइनाइट सुपर सैट, इनफाइनाइट सबसैट ਉਹਦਾ इनफाइनाइट सबसैट है, वो भी डिन्यूमरेबल होएगा। डिन्यूमरेबल तो अनकाउंटेबल च असीं कन्फ्यूज़ नहीं होना। काउंटेबल की सी जां तो डिन्यूमरेबल होवे जां फाइनाइट होवे, उन्होंने असीं काउंटेबल कह दें। डिन्यूमरेबल की सी जिहड़ा सैट इक्विवेलेंट टू
ਨੈਚੁਰਲ ਨੰਬਰ ਹੋ ਜਾਵੇ, ਮਤਲਬ ਉਹ ਫਾਈਨਾਈਟ ਸੈੱਟ ਨਹੀਂ ਹੋਏਗਾ। ਇਸੇ ਕਰਕੇ ਗੱਲ ਕਰ ਰਿਹਾ ਕਿ ਡੀਨਿਊਮਰੇਬਲ ਸੈੱਟ ਦਾ ਇਨਫਾਈਨਾਈਟ ਸਬਸੈਟ ਹਮੇਸ਼ਾ ਡੀਨਿਊਮਰੇਬਲ ਹੋਏਗਾ, ਬਟ ਫਾਈਨਾਈਟ ਬਾਰੇ ਫੇਰ ਨਹੀਂ ਕੁਝ ਕਹਿ ਸਕਦੇ। ਰਿਜ਼ਲਟ ਇਸੇ ਤਰ੍ਹਾਂ ਹੀ ਐਗਜ਼ਾਮ 'ਚ ਪੁੱਛੇਗਾ ਕਿ ਰਿਜ਼ਲਟ ਨੂੰ ਪ੍ਰੋਪਰਲੀ ਸਮਝਿਆ ਗਿਆ ਕਿ ਨਹੀਂ। ਡੀਨਿਊਮਰੇਬਲ ਸੈੱਟ ਨੈਚੁਰਲ, ਇਹਦਾ ਸਬਸੈਟ ਸਪੋਜ਼ 1 2 3 4, ਇਹ ਡੀਨਿਊਮਰੇਬਲ ਨਹੀਂ ਹੈ। ਡੀਨਿਊਮਰੇਬਲ ਲਈ ਚਾਹੀਦਾ ਹੈ ਕਿ ਇਹੜਾ ਇਕੁਇਵਲੈਂਟ ਟੂ ਨੈਚੁਰਲ ਨੰਬਰ ਹੋਏ, ਬਟ ਇਹ ਨੈਚੁਰਲ ਨੰਬਰ ਦੇ ਇਕੁਇਵਲੈਂਟ ਨਹੀਂ ਹੈ, ਕਾਰਡੀਨੈਲਿਟੀ ਸੇਮ ਨਹੀਂ ਹੋਏਗੀ। ਸੋ ਇਸ ਲਈ ਇਹ ਸੈੱਟ ਜਿਹੜਾ ਹੈ ਡੀਨਿਊਮਰੇਬਲ ਨਹੀਂ ਹੋਏਗਾ। ਬਟ ਡੀਨਿਊਮਰੇਬਲ ਸੈੱਟ ਦਾ ਇਨਫਾਈਨਾਈਟ ਸਬਸੈਟ ਹਮੇਸ਼ਾ ਡੀਨਿਊਮਰੇਬਲ ਹੋਏਗਾ, ਠੀਕ ਹੈ। ਨੈਕਸਟ 7th ਸੈੱਟ ਜਿਹੜਾ ਸਾਡੇ ਕੋਲ ਰਿਜ਼ਲਟ ਹੈ, ਇਫ A ਐਂਡ B ਆਰ ਕਾਊਂਟੇਬਲ ਸੈੱਟ ਦੈਨ A ਇੰਟਰਸੈਕਸ਼ਨ ਇਜ਼ B ਇਜ਼ ਆਲਸੋ ਕਾਊਂਟੇਬਲ। ਇਹ ਸੇਮ ਸੈੱਟ ਦੀ ਇੰਟਰਸੈਕਸ਼ਨ ਵਰਗਾ ਜਿਵੇਂ ਅਸੀਂ ਕੀਤਾ ਸੀ, ਫਾਈਨਾਈਟ ਸੈੱਟ ਦੀ ਇੰਟਰਸੈਕਸ਼ਨ ਫਾਈਨਾਈਟ ਹੈ, ਸੋ ਕਾਊਂਟੇਬਲ ਸੈੱਟ ਦੀ ਇੰਟਰਸੈਕਸ਼ਨ ਵੀ ਜਿਹੜੀ ਹੈ ਕਾਊਂਟੇਬਲ ਹੋਏਗੀ। 8th ਰਿਜ਼ਲਟ ਅਸੀਂ ਕਰ ਚੁੱਕੇ ਹਾਂ। 9th ਰਿਜ਼ਲਟ ਜਿਹੜਾ ਹੈ ਬਹੁਤ ਇੰਪੋਰਟੈਂਟ ਰਿਜ਼ਲਟ ਹੈ, ਬਹੁਤ ਸਾਰੇ ਥਿਊਰਮਸ ਦੇ ਵਿੱਚ ਪ੍ਰੂਵ ਹੁੰਦਾ ਹੈ। ਐਗਜ਼ਾਮ 'ਚ ਸ਼ਾਇਦ ਸਾਨੂੰ ਇੰਨਾ ਜ਼ਿਆਦਾ ਇੰਪੋਰਟੈਂਟ ਨਹੀਂ ਰਹੇਗਾ, ਸ਼ਾਇਦ ਯੂਜ਼ ਵੀ ਨਾ ਹੋਵੇ ਇੰਨਾ ਜ਼ਿਆਦਾ, ਬਟ ਅਸੀਂ ਇਹ ਯਾਦ ਜ਼ਰੂਰ ਰੱਖਣਾ ਹੈ। ਕਾਊਂਟੇਬਲ ਯੂਨੀਅਨ ਆਫ ਕਾਊਂਟੇਬਲ ਸੈੱਟਸ ਇਜ਼ ਕਾਊਂਟੇਬਲ, ਮੀਨਸ ਅਸੀਂ ਗੱਲ ਕੀਤੀ ਹੈ ਕਿ ਕਾਊਂਟੇਬਲ ਸੈੱਟ ਦੋ ਨੇ A B, ਉਹਨਾਂ ਦੀ ਯੂਨੀਅਨ ਕਾਊਂਟੇਬਲ ਹੋਏਗੀ, ਬਟ ਉਹਨਾਂ ਦੇ ਕਾਊਂਟੇਬਲ ਸੈੱਟਸ ਦੀ ਯੂਨੀਅਨ ਮੀਨਸ A1 A2 A3 ਸੋ ਔਨ ਟੂ, ਸਾਡੇ ਕੋਲ ਬਹੁਤ ਸਾਰੇ ਕਾਊਂਟੇਬਲ ਸੈੱਟਸ ਨੇ, ਉਹਨਾਂ ਦੀ ਅਸੀਂ ਯੂਨੀਅਨ ਜਿਹੜੀ ਹੈ ਫਾਈਨਾਈਟ ਨਹੀਂ ਇਨਫਾਈਨਾਈਟ ਲੈ ਰਹੇ ਹਾਂ, ਬਟ ਇਨਫਾਈਨਾਈਟ ਕਿੰਨੀ, ਜਿੰਨੀ ਕਾਊਂਟੇਬਲ ਹੋ ਸਕੇ। 1 2 3 ਸਪੋਜ਼ ਜਿੰਨੇ ਨੈਚੁਰਲ ਨੰਬਰ ਨੇ ਉਨੀ ਅਸੀਂ ਲੈ ਰਹੇ ਹਾਂ, ਨੈਚੁਰਲ ਨੰਬਰ ਆਰ ਕਾਊਂਟੇਬਲ, ਸੋ ਉਹ ਜਿਹੜੀ ਯੂਨੀਅਨ ਆ ਉਹ ਵੀ ਕਾਊਂਟੇਬਲ ਹੋਏਗੀ। ਸੋ ਰਿਜ਼ਲਟ ਯਾਦ ਰੱਖਣਾ ਹੈ, ਕਾਊਂਟੇਬਲ ਯੂਨੀਅਨ ਆਫ ਕਾਊਂਟੇਬਲ ਸੈੱਟਸ ਇਜ਼ ਕਾਊਂਟੇਬਲ। ਇਹ ਡਾਇਰੈਕਟ ਰਿਜ਼ਲਟ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ। 9th ਰਿਜ਼ਲਟ ਸੀ ਤੁਹਾਡਾ। 10th ਇਫ A1 A2 A3 AN ਆਰ ਕਾਊਂਟੇਬਲ ਸੈੱਟਸ ਦੈਨ ਇਹਨਾਂ ਦੀ ਕ੍ਰੋਸ ਪ੍ਰੋਡਕਟ ਬਾਰੇ ਵੀ ਅਸੀਂ ਕੀ ਕਹਿ ਸਕਦੇ ਹਾਂ, ਇਹਨਾਂ ਦੀ ਕ੍ਰੋਸ ਪ੍ਰੋਡਕਟ ਜਿਹੜੀ ਹੈ ਉਹ ਵੀ ਕਾਊਂਟੇਬਲ ਹੋਏਗੀ। 11th ਰਿਜ਼ਲਟ ਹੈ, ਐਵਰੀ ਇਨਫਾਈਨਾਈਟ ਸੈੱਟ ਹੈਜ਼ ਆ ਕਾਊਂਟੇਬਲ ਸੈੱਟ। ਇਹ ਬਹੁਤ ਇੰਪੋਰਟੈਂਟ ਰਿਜ਼ਲਟ ਹੈ ਸਾਡੇ ਕੋਲ। ਸਪੋਜ਼ ਸਾਡੇ ਕੋਲ ਇੱਕ ਇਨਫਾਈਨਾਈਟ ਸੈੱਟ ਹੈ, ਉਹ ਅਨਕਾਊਂਟੇਬਲ ਹੈ, ਉਹਦਾ ਸੁਪਰ ਸੈੱਟ ਤੇ ਅਨਕਾਊਂਟੇਬਲ ਹੀ ਹੋਏਗਾ, ਅਸੀਂ ਲਾਸਟ ਰਿਜ਼ਲਟਸ ਦੇ ਵਿੱਚ ਪੜ੍ਹ ਚੁੱਕੇ ਹਾਂ। ਉਹਦਾ ਸਬਸੈਟ ਕਾਊਂਟੇਬਲ ਹੋ ਸਕਦਾ ਹੈ, ਅਸੀਂ ਹੁਣ ਗੱਲ ਕੀਤੀ ਹੈ, ਈਵਨ ਕਿ ਫਾਈਨਾਈਟ ਵੀ ਹੋ ਸਕਦਾ ਹੈ, ਬਟ ਇਹ ਰਿਜ਼ਲਟ ਕਹਿ ਰਿਹਾ ਹੈ ਕਿ ਹਰੇਕ ਅਨਕਾਊਂਟੇਬਲ ਸੈੱਟ ਦੇ ਵਿੱਚ ਇੱਕ ਇਨਫਾਈਨਾਈਟ ਕਾਊਂਟੇਬਲ ਸੈੱਟ ਜ਼ਰੂਰ ਮਿਲੇਗਾ। ਸੋ ਅਸੀਂ ਕਿਸੇ ਵੀ ਕਾਊਂਟੇਬਲ ਸੈੱਟ ਵਿੱਚੋਂ ਕੁਝ ਐਲੀਮੈਂਟ ਕੱਢ ਲਵਾਂਗੇ, ਉਹਨਾਂ ਦਾ ਇੱਕ ਅਲੱਗ ਸੈੱਟ ਬਣਾ ਸਕਦੇ ਹਾਂ, ਜਿਹਨੂੰ ਕਿ ਅਸੀਂ ਕਾਊਂਟੇਬਲ ਸੈੱਟ ਦੀ ਫਾਰਮ 'ਚ ਲਿਖ ਸਕਦੇ ਹਾਂ ਕਿ ਉਹ ਸੈੱਟ ਕਾਊਂਟੇਬਲ ਹੋ ਜਾਵੇ। ਨੈਕਸਟ ਜਿਹੜਾ ਸਾਡੇ ਕੋਲ 12th ਰਿਜ਼ਲਟ ਹੈ, ਕਾਊਂਟੇਬਲੀ ਇਨਫਾਈਨਾਈਟ ਸੈੱਟ ਆਰ ਦਾ ਸਮੋਲੈਸਟ ਇਨਫਾਈਨਾਈਟ ਸੈੱਟ। ਸੋ ਇਨਫਾਈਨਾਈਟ ਸੈੱਟ ਅਸੀਂ ਹੁਣ ਪਹਿਲੀ ਵਾਰੀ ਦੇਖਿਆ ਹੈ, +2 ਤੱਕ ਦੇ ਹੁੰਦਾ ਸੀ ਫਾਈਨਾਈਟ ਸੈੱਟ ਇਨਫਾਈਨਾਈਟ ਸੈੱਟ। ਕਾਊਂਟੇਬਿਲਿਟੀ 'ਚ ਅਸੀਂ ਜਾ ਕੇ ਦੇਖਦੇ ਹਾਂ ਕਿ ਇਨਫਾਈਨਾਈਟ ਸੈੱਟ ਵੀ ਅੱਗੋਂ ਦੋ ਕੈਟਾਗਰੀਜ਼ ਚੱਲ ਜਾਂਦੇ ਨੇ, ਕਾਊਂਟੇਬਲ ਅਨਕਾਊਂਟੇਬਲ। ਸੋ ਜਿਹੜੇ ਕਾਊਂਟੇਬਲ ਇਨਫਾਈਨਾਈਟ ਸੈੱਟ ਨੇ ਉਹ ਸਭ ਤੋਂ ਛੋਟੇ ਇਨਫਾਈਨਾਈਟ ਸੈੱਟ ਨੇ। ਆਪਾਂ ਇਹਨਾਂ ਬਾਰੇ ਗੱਲ ਵੀ ਕੀਤੀ ਸੀ ਕਿ ਇਹਨਾਂ ਦੀ ਕਾਰਡੀਨੈਲਿਟੀ ਜਿਹੜੀ ਹੈ ਐਲਫ ਹੁੰਦੀ ਹੈ, ਠੀਕ ਹੈ। ਸੋ ਇਹ ਸਭ ਤੋਂ ਛੋਟੇ ਇਨਫਾਈਨਾਈਟ ਸੈੱਟ ਨੇ, ਇਸ ਤੋਂ ਵੱਡੇ ਬਾਕੀ ਸਾਰੇ ਇਨਫਾਈਨਾਈਟ ਸੈੱਟ ਹੋਣਗੇ। ਜੇ ਕਾਊਂਟੇਬਲ ਨਹੀਂ ਹੈ, ਕੋਈ ਵੀ ਹੋਰ ਇਨਫਾਈਨਾਈਟ ਸੈੱਟ ਲੈਂਦੇ ਹੋ ਤਾਂ ਉਹ ਇਹਨਾਂ ਤੋਂ ਜ਼ਰੂਰ ਵੱਡਾ ਹੋਏਗਾ। ਇਹਨਾਂ ਦਾ ਸੁਪਰ ਸੈੱਟ ਵੀ ਹੋ ਸਕਦਾ ਹੈ, ਬਟ ਜ਼ਰੂਰੀ ਨਹੀਂ ਕਿ ਕੰਪੈਰੀਜ਼ਨ ਹੋ ਸਕੇ, ਕੰਪੇਅਰੇਬਲ ਸੈੱਟ ਹੋਣ, ਬਟ ਨੂਮੈਰੀਕਲੀ ਇਹਨਾਂ ਤੋਂ ਗ੍ਰੇਟਰ ਜ਼ਰੂਰ ਹੋਏਗਾ। ਸੋ ਇੱਕ ਦੋ ਹੋਰ ਰਿਜ਼ਲਟ ਨੇ ਜਿਹੜੇ ਅਸੀਂ ਡਿਸਕਸ ਕਰਨੇ ਨੇ। ਸੋ ਆ ਫਾਈਨਾਈਟ ਸੈੱਟ cannot be numerically equivalent to its subset। दो रिजल्ट ने, जिहड़ा काउंटेबल सैट है सपोज नैचुरल है, ये अपने ही किसी सबसैट दे सपोज जो नंबर m माइनस करता वो इक्विवेलेंट हो जाएगा। एवरी काउंटेबल सैट कैन बी इक्विवेलेंट टू इट्स प्रॉपर सबसैट। कोई भी तुसी काउंटेबल सैट लेंदे हो
वो अपने ही किसी सबसैट दे जिहड़ा वा न्यूमैरिकली इक्विवेलेंट हो जाएगा। फॉर एग्जाम्पल मैं नैचुरल नंबर तो नैचुरल नंबर -1 एक मैप डिफाइन कर दिना, ठीक है। सो ये तुसीं किवें लैके चलोगे, एफ डिफाइन कर लो तुसीं नैचुरल टू नैचुरल -1 एज एफ ऑफ एक्स इज इक्वल टू एक्स प्लस 1। सो ये हुण तुसीं खुद चैक करके देख सकते हो कि ये जिहड़ा मैपिंग है ये 1-1 भी होएगी एंड ऑन टू भी होएगी। सो ये बाइजैक्शन होने करके ये दोवें न्यूमैरिकली इक्विवेलेंट हो जाएंगे। सो इनफाइनाइट काउंटेबल सैट कैन बी इक्विवेलेंट टू इट्स प्रॉपर सबसैट, बट जिहड़ा मैं हुण रिजल्ट गल कर रहा है कि फाइनाइट सैट कैनॉट बी न्यूमैरिकली इक्विवेलेंट टू इट्स प्रॉपर सबसैट। प्रॉपर वर्ड की मीनस वो एक एटलीस्ट एक एलीमेंट घट जरूर है। सो ये अपने ही प्रॉपर सबसैट के इक्विवेलेंट नहीं हो सकता। मीनस जिमें 1 2 3 4 ये 1 2 3 के इक्विवेलेंट कभी भी नहीं हो सकता क्योंकि ये कार्डिनैलिटी 4 है, ये कार्डिनैलिटी 3 है। सो फाइनाइट सैट जिहड़ा वा अपने सबसैट के न्यूमैरिकली इक्विवेलेंट नहीं हो सकता प्रॉपर सबसैट के, बट काउंटेबल सैट हो सकता है। इनफाइनाइट जिहड़ा सैट होएगा उसदा सबसैट वो न्यूमैरिकली इक्विवेलेंट हो सकता है। फाइनाइट बारे असीं नहीं कह सकते। नैक्सट जिहड़ा रिजल्ट है, एलीमेंट्स ऑफ अ काउंटेबल सैट कैन बी रिटन एज अ सीक्वेंस। सो ये तुसीं जिवें स्क्रीन पर देख रहे हो, एलीमेंट्स ऑफ अ काउंटेबल सैट कैन बी रिटन एज ए सीक्वेंस, क्योंकि काउंटेबल सैट की असीं की गल कीती है कि न्यूमैरिकली इक्विवेलेंट हुंदा है नैचुरल नंबर। सपोज ए इज़ ए काउंटेबल सैट। सीक्वेंस की डेफिनेशन आई होप कि तुहानूं आउंदी है कि सीक्वेंस इज़ अ फंक्शन और मैपिंग फ्रॉम नैचुरल नंबरस टू रियल कंपलैक्स, कुछ भी हो सकता है। सो यदि असीं डोमेन सेम मान सकते हैं, ठीक है। यह न्यूमैरिकली ये इक्विवेलेंट है, यह भी न्यूमैरिकली ये इक्विवेलेंट हो जाएगी, ठीक है। हरेक नैचुरल नंबर ही साडे कोल सीक्वेंस का एक नंबर जां एलीमेंट डिफाइंड हुंदा है। सो किसी भी काउंटेबल सैट नूं असीं सीक्वेंस की फॉर्म दे विच जरूर लिख सकते हैं, जां असीं सैट नूं काउंटेबल प्रूव कर लिए इनू रिवर्स च भी लैके रिजल्ट नूं यूज़ कर सकते हैं कि जे किसी सैट के एलीमेंट एक सीक्वेंस की फॉर्म दे विच अरेंज किए जा सकते हैं तो वह सैट काउंटेबल जरूर होएगा, ठीक है। जे सीक्वेंस की फॉर्म च असीं उन्हां नूं अरेंज कर सकते हैं दैन सैट विल बी काउंटेबल। सो नैक्सट जिहड़ा रिजल्ट है साडे कोल, इफ अ सैट इज़ काउंटेबल विच इज़ सबसैट ऑफ ए अनकाउंटेबल सैट, मीनस सपोज बी जिहड़ा है काउंटेबल है, ए अनकाउंटेबल है, दैन ए माइनस बी अनकाउंटेबल ही होएगा, ठीक है। सपोज जिवें साडे कोल रियल नंबर ने अनकाउंटेबल ने माइनस इंटीजरस, यह काउंटेबल है। अनकाउंटेबल चों काउंटेबल माइनस कर देंगे तो फिर भी जिहड़ा सैट बचेगा ये अनकाउंटेबल ही होएगा। सो ये तुहानूं MCQs दे विच सम जरूर इस तरह के पूछे जा सकते हैं जिथे तुसीं रिजल्ट यूज़ करो। अनकाउंटेबल विच तो काउंटेबल सैट असीं माइनस करिए तो वह अनकाउंटेबल ही रहेगा, बट अनकाउंटेबल चो अनकाउंटेबल माइनस करिए की होएगा असीं कुछ नहीं कह सकते। वो काउंटेबल भी हो सकता है, अनकाउंटेबल भी हो सकता है। सपोज असीं रियल विचों सारे इरैशनल माइनस कर दिए, ठीक है। फिर जो बचेगा वो रैशनल बच जाएंगे, वो तो काउंटेबल हो जाएगा। अनकाउंटेबल विचों अनकाउंटेबल घटाउण ते काउंटेबल मिल सकता है। ये असीं पॉजिटिव रियल नंबर माइनस करते, सारे नैगेटिव रियल नंबर बच गए, वो अनकाउंटेबल है। सो अनकाउंटेबल सैट विचों
ਅਨਕਾਊਂਟੇਬਲ ਸੈੱਟ ਮਾਈਨਸ ਕਰਨ ਤੇ ਕਾਊਂਟੇਬਲ ਵੀ ਬਚ ਸਕਦਾ ਹੈ, ਅਨਕਾਊਂਟੇਬਲ ਵਿੱਚੋਂ ਅਨਕਾਊਂਟੇਬਲ ਮਾਈਨਸ ਕਰਨ ਤੇ ਅਨਕਾਊਂਟੇਬਲ ਵੀ ਹੋ ਸਕਦਾ ਹੈ। ਸੋ ਇਹ ਰਿਜ਼ਲਟ ਬਾਰੇ ਅਸੀਂ ਕੁਛ ਨਹੀਂ ਕਹਿ ਸਕਦੇ, ਬਟ ਅਨਕਾਊਂਟੇਬਲ ਵਿੱਚੋਂ ਕਾਊਂਟੇਬਲ ਮਾਈਨਸ ਕਰਨ ਤੇ ਹਮੇਸ਼ਾ ਅਨਕਾਊਂਟੇਬਲ ਹੀ ਹੋਏਗਾ। ਠੀਕ ਹੈ। ਸੋ ਨੈਕਸਟ ਇੱਕ ਰਿਜ਼ਲਟ ਸਾਡੇ ਕੋਲ, ਕਾਰਡੀਨੈਲਿਟੀ ਆਫ ਏ ਪਾਵਰ ਸੈੱਟ ਕੈਨਟ ਬੀ ਇਕੁਅਲ ਟੂ ਇਟਸ ਸੈੱਟ। ਜਿਹੜੇ ਸੈੱਟ ਦਾ ਅਸੀਂ ਪਾਵਰ ਸੈੱਟ ਬਣਾਵਾਂਗੇ, ਪਾਵਰ ਸੈੱਟ ਦੀ ਜਿਹੜੀ ਕਾਰਡੀਨੈਲਿਟੀ ਹੈ, ਪਾਵਰ ਸੈੱਟ ਆਫ ਏ ਕੈਨਟ ਬੀ ਇਕੁਅਲ ਟੂ ਕਾਰਡੀਨੈਲਿਟੀ ਆਫ ਏ। ਇਹ ਸਿਰਫ ਫਾਈਨਾਈਟ ਸੈੱਟ ਤੱਕ ਨਹੀਂ ਹੈ, ਇਹ ਇਨਫਾਈਨਾਈਟ ਸੈੱਟ ਜਿਹੜੇ ਕਾਊਂਟੇਬਲ ਨੇ ਉਹਨਾਂ ਲਈ ਵੀ ਜਿਹੜੀ ਹੈ ਹੋਲਡ ਕਰੇਗੀ। ਜਿਵੇਂ ਅਸੀਂ ਕੀਤਾ ਸੀ ਕਿ ਸਪੋਜ਼ ਸਾਡੇ ਕੋਲ ਨੈਚੁਰਲ ਨੰਬਰ ਦਾ ਸੈੱਟ ਹੈ, ਉਹਨੂੰ ਅਸੀਂ ਡਿਫਾਈਨ ਕੀਤਾ ਸੀ ਕਿ ਉਹਦੀ ਜਿਹੜੀ ਕਾਰਡੀਨੈਲਿਟੀ ਹੈ ਨੈਚੁਰਲ ਨੰਬਰ ਦੀ ਉਹ ਹੁੰਦੀ ਹੈ ਐਲਫ ਨੋਟ। ਠੀਕ ਹੈ, ਜਾਂ ਐਲਫ ਇਹਨੂੰ ਕਹਿ ਦਿੰਦੇ ਹਾਂ। ਦੈਨ ਅਸੀਂ ਇਹਦੇ ਸਾਰੇ ਸਬਸੈਟ ਲੈ ਲਈਏ ਨੈਚੁਰਲ ਨੰਬਰ ਦੇ, ਮੀਨਸ ਪਾਵਰ ਸੈੱਟ ਇਹਦਾ ਡਿਫਾਈਨ ਕਰੀਏ, ਉਹਦੀ ਵੈਲਿਊ ਕੁਛ ਇਹ ਹੋ ਜਾਏਗੀ। ਸੋ ਇਹ ਦਿਸ ਵਿਲ ਬੀ ਨਾਟ ਇਕੁਅਲ ਟੂ ਐਲਫ। ਸੋ ਇਹਦੇ ਜਿਹੜੇ ਪਾਵਰ ਸੈੱਟ ਦੀ ਜਿਹੜੀ ਕਾਰਡੀਨੈਲਿਟੀ ਉਹਨੂੰ ਅਸੀਂ ਸੀ ਨਾਲ ਨੋਟ ਕਰਦੇ ਹਾਂ। ਵੈਸੇ ਇਹ ਸਾਡੇ ਸਿਲੇਬਸ 'ਚੋਂ ਅਸੀਂ ਕਹਿ ਸਕਦੇ ਹਾਂ ਕਿ ਬਾਹਰ ਹੋ ਜਾਏਗਾ, ਸੋ ਅਸੀਂ ਇਹਨਾਂ ਅੱਗੇ ਡਿਸਕਸ ਨਹੀਂ ਕਰਾਂਗੇ। ਬਟ ਕਿਸੇ ਪਾਵਰ ਸੈੱਟ ਦੀ ਜਿਹੜੀ ਕਾਰਡੀਨੈਲਿਟੀ ਉਹ ਸੈੱਟ ਦੇ ਇਕੁਅਲ ਨਹੀਂ ਹੋਏਗੀ, ਈਵਨ ਫॉर ਕਾਊਂਟੇਬਲ ਸੈੱਟਸ। ਸੋ ਫਰੈਂਡਸ, ਨੈਕਸਟ ਜੋ ਹੁਣ ਸਾਡੇ ਕੋਲ ਆ ਰਿਹਾ ਹੈ, ਕੁਛ ਸਮ ਨੇ ਜਿਹੜੇ ਤੁਹਾਡੇ ਮਾਸਟਰ ਕੇਡਰ ਦੇ ਵਿੱਚ ਪ੍ਰੀਵੀਅਸ ਐਗਜ਼ਾਮਸ ਦੇ ਵਿੱਚ ਪੁੱਛੇ ਗਏ ਨੇ, ਕਾਊਂਟੇਬਿਲਿਟੀ ਐਂਡ ਅਨਕਾਊਂਟੇਬਿਲਿਟੀ ਨਾਲ ਰਿਲੇਟਡ। ਸੋ ਆਪਾਂ ਉਹ ਡਿਸਕਸ ਕਰਾਂਗੇ। ਜਿਵੇਂ ਕਿ ਫਸਟ ਸਮ ਤੁਹਾਡੀ ਸਕਰੀਨ ਦੇ ਉੱਪਰ ਦਿਖਾਈ ਦੇ ਰਿਹਾ ਹੈ, ਸਮ 10th ਹੈ। ਆਪਸ਼ਨਸ ਗਿਵਨ ਨੇ, ਵਿਚ ਵਨ ਆਫ ਦਾ ਫੋਲੋਇੰਗ ਸੈਟ ਇਜ਼ ਅਨਕਾਊਂਟੇਬਲ 1 4 9 25। ਦੇਖੋ ਓਬਵੀਅਸ ਹੈ ਪ੍ਰਾਈਮ ਨੰਬਰ ਦੀ ਸਕੇਅਰ ਹੋ ਰਹੀ ਹੈ। ਠੀਕ ਹੈ, ਸੋ ਪ੍ਰਾਈਮ ਨੰਬਰ ਦੀ ਸਕੇਅਰ ਹੋ ਰਹੀ ਹੈ, ਇਹਨੂੰ ਅਸੀਂ ਨੈਚੁਰਲ ਤੋਂ ਬੜੀ ਈਜ਼ੀਲੀ ਫੰਕਸ਼ਨ ਨੂੰ ਡਿਫਾਈਨ ਕਰ ਸਕਦੇ ਹਾਂ। ਪ੍ਰਾਈਮ ਨੰਬਰ ਦੇ ਸਪੋਜ਼ ਸੈਟ ਆਪਾਂ ਰੀਅਲ 'ਤੇ ਲੈ ਕੇ ਚੱਲਦੇ ਹਾਂ ਜਾਂ ਨੈਚੁਰਲ ਨੰਬਰ 'ਤੇ ਹੀ ਲੈ ਕੇ ਚੱਲੀਏ। ਸਬਸੈਟ ਆਫ ਐਫ ਆਫ n ਇਜ਼ ਇਕੁਅਲ ਟੂ n ਸਕੇਅਰ। ਸੋ ਇਹ ਜਿਹੜੀ ਤੁਹਾਡੀ ਮੈਪਿੰਗ ਹੈ ਇਹ 1 1 ਵੀ ਹੋ ਜਾਏਗੀ, ਔਨ ਟੂ ਵੀ ਹੋ ਜਾਏਗੀ। ਇੱਕ ਤਾਂ ਇਹ ਮੈਥਡ ਹੈ ਕਿ ਇਹ ਸੈੱਟ ਜਿਹੜਾ ਸਾਡੇ ਕੋਲ ਕਾਊਂਟੇਬਲ ਹੋ ਗਿਆ। ਦੂਸਰਾ ਮੈਥਡ ਕੀ ਹੈ, ਦਿਸ ਇਜ਼ ਸਬਸੈਟ ਆਫ ਨੈਚੁਰਲ ਨੰਬਰ। ਨੈਚੁਰਲ ਨੰਬਰ ਕਾਊਂਟੇਬਲ ਨੇ, ਕਾਊਂਟੇਬਲ ਸੈੱਟ ਦਾ ਸਬਸੈਟ ਹਮੇਸ਼ਾ ਕਾਊਂਟੇਬਲ ਹੋਏਗਾ, ਫਿਰ ਵੀ ਇਹ ਕਾਊਂਟੇਬਲ ਹੈ। ਸੋ ਜਿਹੜੀ ਇਹ ਆਪਸ਼ਨ ਹੈ ਉਹ ਸਾਡੇ ਕੋਲ ਇਨਕਰੈਕਟ ਹੋ ਜਾਏਗੀ, ਕਿਉਂਕਿ ਇਹਨੇ ਪੁੱਛਿਆ ਸੀ ਕਿਹੜਾ ਸੈੱਟ ਜਿਹੜਾ ਵਾ ਅਨਕਾਊਂਟੇਬਲ ਹੈ। ਇਹ ਤਾਂ ਕਾਊਂਟੇਬਲ ਹੈ ਦੋਵੇਂ ਮੈਥਡ ਨਾਲ ਹੀ। ਬੀ ਆਪਸ਼ਨ ਜਿਹੜੀ ਹੈ ਸਾਡੇ ਕੋਲ ਉਹ ਹੈ 2n ਵੇਅਰ n ਇਜ਼ ਅ ਨੈਚੁਰਲ ਨੰਬਰ। ਸੋ ਇਹ ਵੀ ਅਸੀਂ ਮੈਪਿੰਗ ਡਿਫਾਈਨ ਕਰ ਸਕਦੇ ਹਾਂ, fn ਇਜ਼ ਇਕੁਅਲ ਟੂ 2n 1 1 ਔਨ 2 ਹੋ ਜਾਏਗੀ। ਸੋ ਇਹ ਤਾਂ ਨੂਮੈਰੀਕਲੀ ਇਕੁਇਲੈਂਟ ਹੋ ਜਾਏਗਾ n ਦੇ। ਠੀਕ ਹੈ, ਸੋ ਇਹਨੂੰ ਅਸੀਂ ਫਿਰ ਇਸ ਮੈਥਡ ਨਾਲ ਵੀ ਦੇਖ ਸਕਦੇ ਹਾਂ। ਇਹ ਸਬਸੈਟ ਬਣ ਰਿਹਾ ਹੈ, ਦੇਖੋ 2 4 6 ਇਹ ਸਬਸੈਟ ਬਣ ਰਿਹਾ ਹੈ ਨੈਚੁਰਲ ਨੰਬਰ ਦਾ। ਜੇ ਕਾਊਂਟੇਬਲ ਸੈੱਟ ਦਾ ਸਬਸੈਟ ਹੈ ਤੇ ਇਹ ਕਾਊਂਟੇਬਲ ਹੀ ਹੋਏਗਾ। ਸੋ ਦੋਵੇਂ ਮੈਥਡ ਨਾਲ ਇਹ ਸੈੱਟ ਕਾਊਂਟੇਬਲ ਬਣ ਰਿਹਾ ਹੈ। ਸੋ ਬੀ ਆਪਸ਼ਨ ਵੀ ਜਿਹੜੀ ਹੈ ਉਹ ਸਾਡੀ ਇਨਕਰੈਕਟ ਹੋ ਜਾਏਗੀ, ਕਿਉਂਕਿ ਉਹਨਾਂ ਨੇ ਸਾਨੂੰ ਪੁੱਛਿਆ ਹੈ ਅਨਕਾਊਂਟੇਬਲ ਸੈੱਟ। ਇਹ ਵੀ ਕਾਊਂਟੇਬਲ ਸੀ, ਇਹ ਵੀ ਕਾਊਂਟੇਬਲ ਹੈ। ਨੈਕਸਟ, ਦਾ ਸੈਟ ਆਫ ਆਲ ਇੰਟੀਜਰਸ। ਇਹ ਆਪਾਂ ਰਿਜ਼ਲਟਸ ਦੇ ਵਿੱਚ ਪੜ੍ਹ ਚੁੱਕੇ ਹਾਂ ਲਾਸਟ ਲੈਕਚਰ 'ਚ ਕਿ ਜਿਹੜੇ ਇੰਟੀਜਰਸ ਨੇ ਉਹ ਕਾਊਂਟੇਬਲ ਹੁੰਦੇ ਨੇ। ਸੋ ਸੀ ਆਪਸ਼ਨ ਵੀ ਸਾਡੀ ਇਨਕਰੈਕਟ ਹੈ। ਦਾ ਸੈਟ ਆਫ ਆਲ ਇਰੈਸ਼ਨਲ ਨੰਬਰਸ, ਇਹ ਅਸੀਂ ਦੇਖਿਆ ਕਿ ਇਰੈਸ਼ਨਲ ਨੰਬਰ ਦਾ ਜਿਹੜਾ ਸੈੱਟ ਹੈ ਉਹ ਅਨਕਾਊਂਟੇਬਲ ਹੁੰਦਾ ਹੈ। ਇਹਨਾਂ ਦੇ ਪ੍ਰੂਵ ਅਸੀਂ ਨਹੀਂ ਕਰ ਰਹੇ। ਰੈਸ਼ਨਲ ਨੰਬਰ ਵੀ ਕਾਊਂਟੇਬਲ ਪ੍ਰੂਵ ਕਰਨ ਲਈ ਸਾਡੇ ਪ੍ਰੂਫ ਨਹੀਂ ਹੈ, ਅਸੀਂ ਪ੍ਰੂਫ ਬਾਰੇ ਡਿਸਕਸ਼ਨ ਨਹੀਂ ਕਰਾਂਗੇ। ਸਾਨੂੰ ਪਤਾ ਹੈ ਕਿ ਰੈਸ਼ਨਲ ਨੰਬਰ ਜਿਹੜੇ ਨੇ ਕਾਊਂਟੇਬਲ ਨੇ ਤੇ ਇਰੈਸ਼ਨਲ ਨੰਬਰ ਜਿਹੜੇ ਅਨਕਾਊਂਟੇਬਲ ਨੇ। ਸੋ ਡੀ ਆਪਸ਼ਨ ਜਿਹੜੀ ਹੈ ਉਹ ਕਰੈਕਟ ਆਪਸ਼ਨ ਹੋ ਜਾਏਗੀ। ਅਨਕਾਊਂਟੇਬਲ ਸੈਟ ਇਜ਼ ਅ ਸੈਟ ਆਫ ਆਲ ਇਰੈਸ਼ਨਲ ਨੰਬਰਸ। ਨੈਕਸਟ ਜਿਹੜੀ ਸਾਡੇ ਕੋਲ ਸਮ ਹੈ, which one of the following statement is true? The set of natural number is uncountable. Natural number ਦਾ set ਤਾਂ countable ਹੈ। ਇਹ ਤਾਂ ਸਟੇਟਮੈਂਟ ਜਿਹੜੀ ਹੈ ਫਾਲਸ ਹੈ। ਉਹਨਾਂ ਟਰੂ ਸਟੇਟਮੈਂਟ ਸਾਡੇ ਕੋਲ ਪੁੱਛੀ ਹੈ। ਨੈਚੁਰਲ ਨੰਬਰ ਤੋਂ ਤਾਂ ਕਾਊਂਟੇਬਿਲਿਟੀ ਅਸੀਂ ਡਿਫਾਈਨ ਕੀਤੀ ਹੈ। ਸੋ ਨੈਚੁਰਲ ਨੰਬਰ ਕਾਊਂਟੇਬਲ ਨੇ, ਅਨਕਾਊਂਟੇਬਲ ਨਹੀਂ ਹੈ। ਬੀ ਸਟੇਟਮੈਂਟ,
द सैट ऑफ रैशनल नंबर इज काउंटेबल, ट्रू है, रैशनल नंबर आर काउंटेबल। सी स्टेटमेंट, द सैट ऑफ इरैशनल नंबर इज काउंटेबल, असी लास्ट डिस्कस किया है कि इरैशनल जिहड़े ने अनकाउंटेबल ने, सो ये फॉल्स हो गई ना, ये कह रहे हैं कि काउंटेबल है। द सैट ऑफ रियल नंबर इज काउंटेबल, रियल नंबर जे इरैशनल काउंटेबल नहीं ने तो रियल किवें काउंटेबल हो सकते हैं, रियल सानू पता ही है कि अनकाउंटेबल ने, फॉल्स। सो साडी करैक्ट ऑप्शन जी आ जाएगी बी, ट्रू स्टेटमेंट असी फाइंड करनी सी। नैक्सट 37 सम है, विच वन ऑफ द फॉलोइंग सैट इज काउंटेबल। सो फिर उस तरह दी कुछ एग्जाम्पल्स ने 37 सम दे विच। द सैट ऑफ ऑल रियल ट्रांसीडेंटल नंबर, उन्हें काउंटेबल सैट पूछा है, ट्रांसीडेंटल नंबर का जो सैट है वो सानू पता है वो अनकाउंटेबल है। ये असी कल गल की सी, अलजबरिक नंबरस आर काउंटेबल बट ट्रांसीडेंटल नंबरस आर अनकाउंटेबल। सो असी ये किवें प्रूव कर सकते हैं, देखो सपोज आप छोटा रिजल्ट देखिए, आर अनकाउंटेबल माइनस अलजबरिक नंबर, अलजबरिक नंबर काउंटेबल ने, अनकाउंटेबल चो काउंटेबल माइनस करिए तो हमेशा जो रिजल्ट है वो साडे कोल अनकाउंटेबल ही रहेगा। असी हुणे ये डिस्कस करके हटे हैं। सो मीनस ट्रांसीडेंटल नंबर जिहड़े ने अनकाउंटेबल ने, ये असी प्रूव कर लिया है अलजबरिक नंबर के बेस पे। सैकेंड ऑप्शन जी है द सैट ऑफ ऑल अलजबरिक नंबर, ये तो काउंटेबल है, तो हुणे गल करके हटे हैं। सो ये काउंटेबल है। सी द सैट ऑफ ऑल इरैशनल नंबर अनकाउंटेबल है। डी द सैट ऑफ ऑल सीक्वेंस ऑफ नैचुरल नंबर, असी कल ही गल की सी कि 0 ते 1 ना दो सीक्वेंस बना लीए तो वही अनकाउंटेबल हो जांदियां ने, बट ये तो सारे नैचुरल नंबर कह रहा है। सो ये भी जी ऑप्शन है, ये जी सैट है अनकाउंटेबल ही होएगा। सो सानू काउंटेबल सैट पूछा सी, ऑप्शन बी इज़ अ करैक्ट ऑप्शन। सो नैक्सट जो सम तुहाडी स्क्रीन के उपर दिखाई दे रहा है 24th सम है, विच वन ऑफ द फॉलोइंग सैट इज अनकाउंटेबल। फिर वही सैट ने बार बार वही रिपीट हो रहे हैं सैट। द सैट ऑफ नैचुरल नंबर, नैचुरल नंबर वाला सैट तो साडे कोल काउंटेबल है। तुसीं ये गलती नहीं करनी, कोशिश करना कि उत्थे तुसीं काउंटेबल अनकाउंटेबल लिख के डिसाइड करो, ट्रू फॉल्स लिख के डिसाइड करो। फिर देखो कि तुहानूं ट्रू पूछा है, फॉल्स पूछा है, काउंटेबल पूछा है, अनकाउंटेबल पूछा है। जे आपां क्रॉस जां सही मारन चल जाओगे उन्होंने, ठीक है, तो फिर उत्थे प्रॉब्लम जी सानू होएगी, असी ऑप्शन गलत फिल कर लेने। सैट ऑफ नैचुरल नंबर ये तो काउंटेबल है, बी ऑप्शन। सैट ऑफ इंटीजर्स ये भी काउंटेबल है। सैट ऑफ इरैशनल नंबर अनकाउंटेबल है। सैट ऑफ रैशनल नंबर काउंटेबल है। सो हुण असीं देखिए सानू ऑप्शन पूछी जी अनकाउंटेबल। सो अनकाउंटेबल किहड़ी है, सी ऑप्शन। सो सी ऑप्शन जी है इस सम दे विच करैक्ट ऑप्शन होएगी। नैक्सट, विच वन ऑफ द फॉलोइंग इज अनकाउंटेबल 0 to 1 ए। सो ये आपां डिस्कशन नहीं की, आप थोड़ा डिस्कस कर लेने इस दे बारे 15 सम करने तो पहला, कि जेडे इंटरवल्स ने, इंटरवल्स आर ऑलवेज अनकाउंटेबल। इंटरवल्स आर अनकाउंटेबल, चाहे वो ओपन इंटरवल है चाहे वो क्लोज इंटरवल है, वो हमेशा जेडे ने अनकाउंटेबल ही रहेंगे। एक गल होर जी है कि इंटरवल जो ओपन सपोज 1 0 1 इज न्यूमेरिकली इक्विवेलेंट टू रियल नंबर। सो रियल नंबर जोड़े ने न्यूमेरिकली इक्विवेलेंट हो जाएंगे, तो कोई भी ओपन इंटरवल जोड़ा है उन्होंने असी आर दे रियल नंबर दे न्यूमेरिकली इक्विवेलेंट कर सकते हैं। मैं कुछ मैपिंग तुहानूं दस दिना, तुसीं ट्राई करके देख सकते हो जो तुसीं इहनूं चैक करना चाहो कि इक्विवेलेंट किवें ने। सपोज जिवें असीं एक मैपिंग डिफाइन करिए 0 1 2 ए बी एफ ऑफ एक्स इज इक्वल टू ए प्लस बी माइनस ए एक्स। तुम ये मैपिंग देखोगे कि मैपिंग जी है 1 1 भी है एंड ऑन टू भी हो जाएगी। फिर असी मैपिंग डिफाइन करेंगे, तो साढ़े को इक्विवेलेंट हो जाएगा 0 1 2 आर एफ ऑफ एक्स इज इक्वल टू tan एक्स माइनस 1/2 पाई। सो ये जी मैपिंग है ये भी 1 1 ऑन टू बाइजेक्शन हो जाएगी। सो यह दोवें भी न्यूमेरिकली इक्विवेलेंट हो जाएंगे। सो असी ये कह सकते हैं
कि कोई भी ओपन इंटरवल जो न्यूमेरिकली इक्विवेलेंट हो जाएगा रियल नंबर के, तो ओपन इंटरवल आपस में भी हमेशा न्यूमेरिकली इक्विवेलेंट रहनगे। सो इस तो साडे कोल ये भी क्लीयर हो गया कि रियल नंबर जो अनकाउंटेबल ने तो ओपन इंटरवल जो है वह भी अनकाउंटेबल होएगा, तो किसी भी क्लोज इंटरवल के एक ओपन इंटरवल तो असीं ले सकते हैं। सो क्लोज इंटरवल जोड़े ने वो भी ने अनकाउंटेबल ही हो जाएंगे। सो हुण असीं 31st जिहड़ा सम है वो डिस्कस करांगे 15th सम। जिवें तुहानूं स्क्रीन के उपर 15th सम देख रहा है, ए ऑप्शन जी है 0 to 1 क्लोज इंटरवल, ये तो अनकाउंटेबल है। बी ऑप्शन 0 ओपन टू क्लोज 1, ये भी इंटरवल है, अनकाउंटेबल है। 0 to 1 ओपन इंटरवल, ये भी अनकाउंटेबल है। डी ऑप्शन जी साडे कोल 1 4 ये असीं पहलां कर चुके हैं, प्राइम नंबर का स्केयर है, ये जिहड़ा साडे कोल सैट बनता है ये काउंटेबल ही बनता है। सो काउंटेबल सैट है, यही सानूं पुछिया सी, ऑप्शन जी डी है साडे कोल करैक्ट ऑप्शन हो जाएगी। सो नैक्सट सम जिहड़ा तुहानूं स्क्रीन के उपर दिखाई दे रहा है, 7th सम है, विच वन ऑफ द फॉलोइंग स्टेटमेंट इज इनकरैक्ट। सो इनकरैक्ट ऑप्शन पूछी है, पहला असीं इन्हां नूं ये डिसाइड करांगे करैक्ट ऑप्शन किहड़ी है, इनकरैक्ट ऑप्शन किहड़ी है, फिर असीं शीट दे विच जिहड़ी OMR शीट है फिल करना है, मिसटेक नहीं करनी असीं। द सैट ऑफ इंटीजर्स इज काउंटेबल, इंटीजर का सैट काउंटेबल है, ये स्टेटमेंट जी है करैक्ट है। सैट ऑफ इरैशनल नंबर इज अनकाउंटेबल, ये स्टेटमेंट भी जी है करैक्ट है, इरैशनल नंबर अनकाउंटेबल होंदे ने। द सैट ऑफ प्राइम नंबर इज काउंटेबल, ये स्टेटमेंट जी है करैक्ट है। प्राइम नंबर जोड़े ने वो नैचुरल नंबर का सबसैट ने, नैचुरल नंबर काउंटेबल ने तो वह भी काउंटेबल जरूर होंगे। डी ऑप्शन जी है। द पावर सैट ऑफ एन एम्प्टी सैट इज एम्प्टी सैट, नहीं, एम्प्टी सैट का जो पावर सैट है वो एम्प्टी नहीं होंदा। सो ये ऑप्शन जी साडे कोल इनकरैक्ट हो जाएगी। सो उन्होंने सानू पूछा सी विच वन ऑफ द फॉलोइंग स्टेटमेंट इज इनकरैक्ट। सो डी ऑप्शन जी है साडे कोल इनकरैक्ट ऑप्शन है। सो ये ऑप्शन साडे कोल जी करैक्ट हो जाएगी। स्टेटमेंट जी है डी इनकरैक्ट है, सो इस करके ऑप्शन डी इज करैक्ट ऑप्शन। सो फ्रेंड्स ये सी साडे कोल काउंटेबिलिटी एंड अनकाउंटेबिलिटी नाल रिलेटेड कुछ सम, कुछ रिजल्ट MCQs जिहड़े असीं ट्राई कीते ने, जिहड़े प्रीवियस एग्जाम दे विच पूछे गए ने, जां रिजल्ट दे विचों होर किहड़े MCQ बन सकते हैं, असीं उन्हां बारे डिस्कशन की है। आई होप कि तुहानूं ये लैक्चर चंगी तरह समझ आ गया होएगा। फिर भी तुसीं अपने कमेंट्स करके जरूर दस्सिओ कि इस लैक्चर दे विच जे कुछ होर टॉपिक तुसीं ऐड करवाउणा चाहुंदे हो तो ਉਹਦੇ बारे आपां जरूर डिस्कस करांगे। वीडियो नूं लाइक ते शेयर जरूर कर देना ते चैनल नूं सबसक्राइब कर लेना। थैंक यू।